ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਬੈਰਾੜੀ ਰਾਗ ਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੀ ਰਾਗ ਮੰਨਦੇ ਨੇ। ਇਹਦੇ 'ਚ ਕੁੱਲ ਟੋਟਲ ਸਾਰੇ ਰਾਗ ਵਿੱਚ 7 ਹੀ ਸ਼ਬਦ ਨੇ। ਇੰਝ ਕਹਿ ਲਓ ਇਸ ਰਾਗ ਵਿੱਚ ਬਹੁਤ ਥੋੜੀ ਬਾਣੀ ਹੈ। ਇਹਨਾਂ 7 ਸ਼ਬਦਾਂ ਦੇ ਚੋਂ 6 ਸ਼ਬਦ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੇ। ਇੱਕ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਕੁੱਲ ਟੋਟਲ ਰਾਗ 7 ਸ਼ਬਦਾਂ ਦਾ। ਅੱਜ ਦਾ ਇਹ ਜੋ ਮਹਾਨ ਵਾਕ ਹੈ, ਇਹਦੇ 'ਚ ਪ੍ਰੇਰਨਾ ਕਰ ਰਹੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਹੇ ਮਨ, ਜੋ ਇਸ ਰਸਨਾ ਨਾਲ ਕਥਨ ਨਹੀਂ ਹੋ ਸਕਦਾ, ਅਕਥ ਹੈ, ਉਹਨੂੰ ਸੁਣ। ਜਦ ਜ਼ਬਾਨ ਨਾਲ ਬਿਆਨ ਹੀ ਨਹੀਂ ਹੋ ਸਕਦਾ, ਆਵਾਜ਼ ਹੀ ਨਹੀਂ ਹੈ, तो फिर ये मन किवें सुने, किस तरह सुने? सुन मन अकथ, जो इस रसना नाल कथन नहीं हो सकता, ਉਹਨੂੰ ਸੁਣ। ਇਹਨਾਂ ਇੰਦਰੀਆਂ ਦੇ ਦੁਆਰ ਬਾਹਰ ਦੀ ਤਰਫ ਖੁੱਲ੍ਹਦੇ ਨੇ। ਅੱਖਾਂ ਦੇ ਰਾਹੀਂ ਦ੍ਰਿਸ਼ਟੀ ਬਾਹਰ ਜਾਂਦੀ ਹੈ ਔਰ ਇਹ ਸਾਰੇ ਦੇ ਸਾਰੇ ਦੁਆਰ ਬਾਹਰ ਦੀ ਤਰਫ ਖੁੱਲ੍ਹਦੇ ਨੇ। ਇਹ ਇੰਦਰੀਆਂ ਜੋ ਕੁਛ ਵੀ ਪ੍ਰਾਪਤ ਕਰਦੀਆਂ ਨੇ, ਬਾਹਰੋਂ ਪ੍ਰਾਪਤ ਕਰਦੀਆਂ ਨੇ। ਕੋਈ ਗੀਤ ਸੰਗੀਤ ਜਾਂ ਗੱਲਬਾਤ ਕੰਨ ਸੁਣਦੇ ਨੇ, ਬਾਹਰੋਂ ਸੁਣਦੇ ਨੇ। ਕੋਈ ਰੰਗ ਰੂਪ ਵੇਖਦੀਆਂ ਨੇ ਅੱਖਾਂ, ਬਾਹਰੋਂ ਵੇਖਦੀਆਂ ਨੇ। ਕੋਈ ਗੰਧ ਸੁਗੰਧ ਨਾਸਕਾ ਸੁੰਘਦੀ ਏ, ਬਾਹਰੋਂ ਸੁੰਘਦੀ ਹੈ। ਕੋਈ ਠੰਡਾ ਗਰਮ ਕੋਮਲ ਸਪਰਸ਼ ਕਰਦਾ ਹੈ, ਇਹ ਖਲੜੀ ਸਕਿਨ ਸਪਰਸ਼ ਕਰਦੀ ਹੈ, ਹੱਥ ਸਪਰਸ਼ ਕਰਦੇ ਨੇ, ਬਾਹਰੋਂ ਕਰਦੇ ਨੇ। ਤੋ ਬਾਹਰ ਟੋਲੇ ਸੋ ਭਰਮ ਭੁਲਾਏ, ਸਭ ਕਿਛ ਘਰ ਮੈਂ ਬਾਹਰ ਨਾਹੀਂ। ਬਾਹਰ ਟੋਲੇ ਸੋ ਭਰਮ ਭੁਲਾਈ, ਉਹ ਭਰਮ ਦੇ 'ਚ ਨਹੀਂ ਹੈ ਜੋ ਬਾਹਰ ਇੰਦਰੀਆਂ ਦਾ ਰਸ ਲੱਭਦਾ ਹੈ, ਠੀਕ ਹੈ, ਉਹ ਭਰਮ ਦੇ 'ਚ ਨਹੀਂ ਹੈ। ਕਿਉਂਕਿ ਇੰਦਰੀਆਂ ਦਾ ਹੈ ਹੀ ਸਾਰਾ ਰਸ ਬਾਹਰ, ਉਹ ਭਰਮ ਦੇ 'ਚ ਨਹੀਂ ਹੈ। ਪਰ ਇਹਨਾਂ ਹੀ ਇੰਦਰੀਆਂ ਦੇ ਰਾਹੀਂ ਬਾਹਰੋਂ ਕੋਈ ਆਤਮਿਕ ਰਸ ਲੱਭਣਾ ਚਾਹੇ, ਫਿਰ ਮਹਾਰਾਜ ਕਹਿੰਦੇ ਨੇ ਭ੍ਰਾਂਤੀ 'ਚ, ਇਹ ਭਰਮ ਦੇ 'ਚ, ਇਹ ਭੁਲੇਖੇ ਦੇ 'ਚ। ਜਿਤਨਾ ਸੌਖੇ ਤੇ ਸਰਲ ਸ਼ਬਦਾਂ ਵਿੱਚ ਇਹ ਅੱਜ ਦਾ ਮਹਾਵਾਕ ਹੈ, ਜਿਤਨਾ ਸਰਲ ਸ਼ਬਦਾਂ ਵਿੱਚ, ਉਤਨਾ ਹੀ ਕਠਨ ਹੈ ਸਮਝਣ ਦੇ 'ਚ, ਉਤਨਾ ਹੀ ਕਠਨ ਹੈ ਸਮਝਾਉਣ ਦੇ 'ਚ। ਇੰਦਰੀਆਂ ਨੂੰ ਜੋ ਕੁਛ ਵੀ ਪ੍ਰਾਪਤ ਹੁੰਦਾ ਹੈ, ਬਾਹਰੋਂ ਪ੍ਰਾਪਤ ਹੁੰਦਾ ਹੈ। ਫਿਰ ਗੁਰਬਾਣੀ ਕਹਿੰਦੀ ਹੈ ਅਗਮ ਅਗੋਚਰ, ਉਹ ਇਹਨਾਂ ਇੰਦਰੀਆਂ ਦਾ ਰਸ ਨਹੀਂ ਹੈ। ਇੰਦਰੀਆਂ ਉਸ ਤੱਕ ਪਹੁੰਚਦੀਆਂ ਹੀ ਨਹੀਂ, ਨਾ ਕੰਨ ਪਹੁੰਚਦੇ ਨੇ, ਨਾ ਰਸਨਾ ਪਹੁੰਚਦੀ ਹੈ। ਰਸਨਾ ਨੂੰ ਵੀ ਜਿਹੜਾ ਸਵਾਦ ਚਾਹੀਦਾ ਹੈ, ਪਦਾਰਥ ਤੇ ਬਾਹਰੋਂ ਚਾਹੀਦਾ। ਖੱਟਾ ਰਸ ਆਇਆ ਹੈ, ਮਿੱਠਾ ਰਸ ਆਇਆ ਹੈ, ਸਲੂਣਾ ਆਇਆ ਹੈ, ਕਸੈਲਾ ਆਇਆ ਹੈ, ਕਰਕਰਾ ਆਇਆ ਹੈ, ਕੌੜਾ ਆਇਆ ਹੈ। ਕਿਉਂਕਿ ਮਿਰਚਾਂ ਵੀ ਇੱਕ ਰਸ ਨੇ, ਕੁੜੱਤਣ ਵੀ ਇੱਕ ਰਸ ਹੈ। ਨਮਕ ਵੀ ਠੀਕ ਹੋਵੇ, ਸਾਰੇ ਮਸਾਲੇ ਠੀਕ ਹੋਣ, ਪਰ ਮਿਰਚਾਂ ਨਹੀਂ ਨੇ, तो अगले कह देने सब्जी फिक्की है, दाल ते फिक्की है, कारण मिर्चा नहीं। ये जो 6 रस जबान माणदी है, बाहरों माणदी है। इंद्रियां दे सारे रस बाहरों ने,
ਆਤਮਾ ਦਾ ਰਸ ਬਾਹਰੋਂ ਨਹੀਂ ਹੈ, ਇਸ ਵਾਸਤੇ ਉਹ ਇੰਦਰੀਆਂ ਦਾ ਰਸ ਹੈ ਹੀ ਨਹੀਂ। ਮਾਫ ਕਰ ਦੇਣਾ, ਫਿਰ ਜੋ ਅਸੀਂ ਇਹ ਕੰਨਾਂ ਨਾਲ ਸੁਣ ਰਹੇ ਹਾਂ, ਇਹ ਪ੍ਰਮਾਤਮਾ ਦੀ ਕਥਾ ਨਹੀਂ ਹੈ। ਇਹ ਜੋ ਕੰਨਾਂ ਨਾਲ ਕੀਰਤਨ ਸੁਣ ਰਹੇ ਹਾਂ, ਇਹ ਪ੍ਰਭੂ ਦਾ ਕੀਰਤਨ ਨਹੀਂ ਹੈ। ਕਿਉਂਕਿ ਸਾਹਿਬ ਕਹਿੰਦੇ ਨੇ, ਸੁਣ ਮਨ ਅਕਥ, ਜੋ ਕਥਨ ਨਹੀਂ ਹੋ ਸਕਦਾ ਉਹਨੂੰ ਸੁਣ। ਜਿਸ ਨੂੰ ਇਹ ਰਸਨਾ ਗਾਇਨ ਨਹੀਂ ਕਰ ਸਕਦੀ ਉਹਨੂੰ ਸੁਣ। ਜਿਹਦੀ ਵਿਆਖਿਆ ਇਹ ਰਸਨਾ ਨਹੀਂ ਕਰ ਸਕਦੀ ਉਹਨੂੰ ਸੁਣ। ਉਹ ਰਸਨਾ ਦੇ ਕਥਨ ਕਰਨ ਦਾ ਵਿਸ਼ਾ ਹੀ ਨਹੀਂ। ਕੀਰਤਨ ਕਰੋਗੇ ਜ਼ਬਾਨ ਚਾਹੀਦੀ ਹੈ, ਗੂੰਗਾ ਮਨੁੱਖ ਤੇ ਕੀਰਤਨ ਨਹੀਂ ਨਾ ਕਰ ਸਕਦਾ। ਕਥਾ ਕਰਨੀ ਹੈ ਰਸਨਾ ਚਾਹੀਦੀ ਹੈ, ਪਾਠ ਕਰਨਾ ਹੈ ਰਸਨਾ ਚਾਹੀਦੀ ਹੈ। ਤੇ ਕੰਨ ਜੋ ਕੁਝ ਵੀ ਸੁਣਨਗੇ ਉਹ ਕਿਸੇ ਦੀ ਰਸਨਾ ਦਾ ਜਾਂ ਆਪਣੀ ਰਸਨਾ ਦਾ ਬੋਲਿਆ ਹੋਇਆ ਸੁਣਨਗੇ, ਹੋਰ ਕਿੱਥੋਂ ਸੁਣਨਗੇ। ਪਰ ਸੁਣ ਮਨ ਅਕਥ, ਜਿਹਨੂੰ ਇਹ ਜ਼ਬਾਨ ਕਥਨ ਕਰ ਹੀ ਨਹੀਂ ਸਕਦੀ ਉਹਨੂੰ ਸੁਣ। ਮੈਂ ਫਿਰ ਅਰਜ਼ ਕਰਾਂ, ਇਸ ਪੰਕਤੀ ਨੂੰ ਇਤਨਾ ਸੌਖਾ ਨਾ ਸਮਝਣਾ। जैसे भाई साहब ने ये हुक्म लिया भी सुन उसनों जिन्हों जबान बयान ही नहीं कर सकती। एकदम मन दे ख्याल आया जिन्हों जबान बयान ही नहीं कर सकती। अज तक तो जो कुछ असी सुनते हैं वही जो रसना बयान कर दी है। कीर्तन कर दी है रसना, कथा कर दी है रसना, पाठ करदा है ये रसना। हुण जबान पाठ कर रही है, सुनी है, भावें कोई पाठ कर रहा है सुनिया, पर करदा ते रसना नाल पिया। पर महाराज कहते नहीं, ओनों सुन जिन्हों जबान बयान कर ही नहीं सकती। ये रसना कीर्तन नहीं कर सकती। सिर्फ इतना ही नहीं, ये कान सुन भी नहीं सकते। सिर्फ इतना ही नहीं, ये अखां वेख भी नहीं सकती। और सिर्फ इतना ही नहीं, ये नासका सूंघ भी नहीं सकती, ये हाथ पकड़ भी नहीं सकते, स्पर्श भी नहीं कर सकते। साफ कह देता है, अखी बाजों देखना वो वेख जो इन्हां अखां तो बिना वेख्या जाता। बिन कन्ना सुनना उसनों सुन जो इन्हां कन्ना तो बिना सुनिया जाता है। पैरां बाजों चलना बिन हत्थां करना, इन्हां हत्थां तो बिना जो सेवा करी दी है वो कर। इन्हां पैरां तो बिना जिहड़ा उसदे दर ते चल के जाईदा है उस नाल चल। जीबे बाझों बोलना इउं जीवत मरना, इस जबान तो बिना बोल, इस रसना तो बिना बोल। तो एक एक पहेली हो गई, पहेली हो गई। विज्ञान सारे दा सारा, साइंस सारी दी सारी इन्हां अखां ते खड़ी है। अंधा मनुख साइंटिस्ट नहीं हो सकता, अंधा मनुख विज्ञानक हो ही नहीं सकता। जो पदार्थ नूं वेख ही नहीं सकता, खोज की करेगा। तो एक गल स्पष्ट हो गई, विज्ञान सारा बाहर दा है। और यही कारण है विज्ञान ज्ञान तक नहीं पहुंच सके, आत्मा तक नहीं पहुंच सके, कोई साइंटिस्ट नहीं पहुंच सके।
और साइंस एक होर ध्यान नाल भी सुन लेना, विज्ञान सीढ़ी दर सीढ़ी उच्चा होंदा है। अगर आइंस्टाइन नूं कढ़ दईए, ये पहली सीढ़ी कढ़ दईए तो सारी सीढ़ी गिर जाए।